ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਲੋਕਰਣ ਚੈਨਲ ਪੰਜਾਬੀ। ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਗੱਲਬਾਤ ਅਸੀਂ ਸ਼ੁਰੂ ਕਰਾਂਗੇ। ਪੰਜਾਬ ਦੀ ਸਿਆਸਤ ਵਿੱਚ ਜਿਹੜੀ ਹਲਚਲ ਸੁਮੇਧ ਸੈਣੀ ਨੂੰ ਲੈ ਕੇ ਮਚੀ ਹੋਈ ਹੈ। ਸੁਮੇਧ ਸੈਣੀ ਇੱਕ ਵਾਰ ਫਿਰ ਤੋਂ ਸਲਾਖਾਂ ਪਿੱਛੇ ਜਾ ਸਕਦਾ ਹੈ ਜਾਂ ਨਹੀਂ ਜਾ ਸਕਦਾ, ਇਹਦੇ ਲਈ ਵਿਜੀਲੈਂਸ ਦੀ ਜਿਹੜੀ ਟੀਮ ਹੈ ਉਹ ਕਿਸ ਤਰ੍ਹਾਂ ਦੀ ਹੁਣ ਤਿਆਰੀ ਕਰ ਰਹੀ ਹੈ, ਨਵੀਂ ਖਬਰ ਇਹਦੇ ਵਿੱਚ ਸਾਹਮਣੇ ਆਈ ਹੈ। ਕਿਸਾਨਾਂ ਨਾਲ ਜੁੜੇ ਮਸਲਿਆਂ ਦੇ ਉੱਤੇ ਵੀ ਸਿੱਧੇ ਸਵਾਲ ਹੋਣਗੇ, ਉਹਦੀ ਵੀ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਸ਼ੁਕਰੀਆ। ਡਾਕਟਰ ਸਾਹਿਬ, ਸੁਮੇਧ ਸਿੰਘ ਸੈਣੀ ਦੇ ਮਸਲੇ ਦੇ ਵਿੱਚ ਨਵੀਂ ਖਬਰ ਕੀ ਕੁਝ ਹੈ? ਕੀ ਲੱਗਦਾ ਹੈ ਕਿ ਦੁਬਾਰਾ ਸੁਮੇਧ ਸੈਣੀ ਨੂੰ ਸਲਾਖਾਂ ਦੇ ਪਿੱਛੇ ਲਿਜਾਣ ਦੇ ਵਿੱਚ ਵਿਜੀਲੈਂਸ ਦੀ ਟੀਮ ਜਾਂ ਕਹਿ ਲਓ ਕਿ ਪੰਜਾਬ ਸਰਕਾਰ ਕਾਮਯਾਬ ਹੋ ਸਕਦੀ ਹੈ? ਸੁਖਵਿੰਦਰ ਜੀ, ਕਾਮਯਾਬ ਤਾਂ ਪਹਿਲਾਂ ਵੀ ਹੋ ਸਕਦੀ ਸੀਗੀ ਜੇਕਰ ਤਿਆਰੀ ਕਰਕੇ ਸਾਰਾ ਕੁਝ ਕਾਰਵਾਈ ਕੀਤੀ ਹੁੰਦੀ। ਸਵਾਲ ਤਾਂ ਇਹੀ ਹੈ ਨਾ ਕਿ ਜਿਹੜੀ ਵਿਜੀਲੈਂਸ ਹੋਵੇ ਜਾਂ ਜਿਹੜੇ ਸਰਕਾਰੀ ਵਕੀਲ ਹੋਣ, ਉਹਨਾਂ ਦੀ ਤਿਆਰੀ ਤੁਸੀਂ ਚਾਹੇ ਬਰਗਾੜੀ ਕਾਂਡ ਦੇਖ ਲਓ, ਚਾਹੇ ਪਹਿਲਾਂ ਜਿਹੜੀਆਂ ਬਣੀਆਂ ਸੀਗੀਆਂ ਲਗਾਤਾਰ ਜੋ ਸਿੱਟ ਤੇ ਸਿੱਟਾਂ ਬਣਦੀਆਂ ਰਹੀਆਂ, ਉਹਨਾਂ ਦੀ ਫੇਲੀਅਰ ਦੇਖ ਲਓ। ਔਰ ਹਾਈ ਕੋਰਟ ਵੱਲੋਂ ਜਿਹੜੀ ਸਿੱਟ ਬਣਾਈ ਗਈ ਸੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਉਹਦੇ ਵਿੱਚ ਵੀ ਨਿਰਾਸ਼ਾ ਜਿਹੜੀ ਸੀਗੀ, ਕਾਂਗਰਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀਗਾ ਔਰ ਹਾਈ ਕੋਰਟ ਨੇ ਉਹ ਰਿਪੋਰਟ ਰੱਦ ਕੀਤੀ ਸੀਗੀ। ਔਰ ਸੁਖਵਿੰਦਰ ਰੰਧਾਵਾ ਜੀ ਨੇ ਤਾਂ ਬਾਰ-ਬਾਰ ਇਹ ਗੱਲ ਕਹੀ ਹੈ ਕਿ ਭਾਈ ਤੁਸੀਂ ਆਪਣੇ ਵਕੀਲਾਂ ਨੂੰ ਸਮਝਾਓ, ਜਾਂ ਤਾਂ ਉਹਨਾਂ ਨੂੰ ਬਦਲੋ ਜਾਂ ਨਵੇਂ ਵਕੀਲ ਲੈ ਕੇ ਆਓ, ਵਿਜੀਲੈਂਸ ਦੇ ਅਫਸਰਾਂ ਨੂੰ ਤੁਸੀਂ ਬਦਲ ਦਿਓ ਤਾਂ ਕਿ ਜਿਹੜਾ ਹੈਗਾ ਤੁਹਾਡੀ ਜਿਹੜੀ ਕਿਰਕਰੀ ਨਾ ਹੋਏ। ਆਪਾਂ ਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਸੁਮੇਧ ਸੈਣੀ ਉੱਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ, ਪਰ ਹੋਇਆ ਕਿ ਕੁਝ ਨਹੀਂ ਨਿਕਲਿਆ ਉਹਦੇ ਵਿੱਚੋਂ। ਔਰ ਸੁਮੇਧ ਸੈਣੀ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਅਗਾਊਂ ਜ਼ਮਾਨਤ ਵੀ ਕਰਾ ਰੱਖੀ ਸੀਗੀ। ਔਰ ਆਪਾਂ ਨੂੰ ਪਤਾ ਹੈ ਕਿ ਅਦਾਲਤ ਵੱਲੋਂ ਉਹਨਾਂ ਦੇ ਜਿਹੜੇ ਵਕੀਲ ਸੀਗੇ ਉਹ ਜ਼ਿਆਦਾ ਜਿਹੜੇ ਸੀਗੇ ਸਮਝਦਾਰ ਨਜ਼ਰ ਆਏ ਇਸ ਕੇਸ ਦੇ ਵਿੱਚ। ਔਰ ਉਹਨਾਂ ਨੇ, ਆਪਾਂ ਨੂੰ ਪਤਾ ਹੈ ਕਿ ਰਾਤੋਂ ਰਾਤ ਸੈਣੀ ਸਾਹਿਬ ਨੂੰ ਛੁਡਾ ਕੇ ਆਪਣੇ ਘਰੇ ਲੈ ਗਏ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਸਰਕਾਰ ਦੇ ਜਿਹੜੀ ਟੀਮ ਹੈ, ਸਰਕਾਰੀ ਵਕੀਲ ਹੋਣ ਚਾਹੇ ਵਿਜੀਲੈਂਸ ਦੇ ਅਫਸਰ ਸਾਹਿਬਾਨ ਹੋਣ, ਉਹਨਾਂ ਦੇ ਕੋਲੇ ਕੋਈ ਉਹ ਕਲੈਰਿਟੀ ਜਿਹੜੀ ਹੈਗੀ ਆ, ਜਿਸ ਤਰ੍ਹਾਂ ਦੀ ਉਹਨਾਂ ਨੂੰ ਚਾਹੀਦੀ ਹੈ ਕਲੀਅਰ ਹੋਣਾ ਆਪਣੇ ਪੱਖ ਤੋਂ, ਉਹ ਕਲੈਰਿਟੀ ਉਹਨਾਂ ਕੋਲੇ ਨਹੀਂ ਹੈ। ਸੋ ਉਹਦੇ ਕਰਕੇ ਕੀ ਹੈ ਕਿ ਹੁਣ ਤੱਕ 4.5 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਬਣੀ ਨੂੰ। ਔਰ ਕਾਂਗਰਸ ਦੀ ਸਰਕਾਰ, ਬੇਸ਼ੱਕ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਬਹੁਤ ਕੁਝ ਕਰ ਦਿਆਂਗਾ, ਔਰ ਉਹਦੇ ਵਿੱਚ ਇੱਕ ਪੱਖ ਇਹ ਵੀ ਸੀਗਾ ਕਿ ਬਰਗਾੜੀ ਕਾਂਡ ਹੋਇਆ, ਚਾਹੇ ਕੋਟਕਪੂਰਾ ਗੋਲੀ ਕਾਂਡ ਹੋਇਆ, ਜਿਹਦੇ ਵਿੱਚ ਸੁਮੇਧ ਸਿੰਘ ਸੈਣੀ ਹੋਰਾਂ ਦਾ ਨਾਂ ਆਉਣ ਦੀਆਂ ਸੰਭਾਵਨਾਵਾਂ ਸੀਗੀਆਂ, ਉਹਨਾਂ ਨੂੰ ਵੀ ਕਹਿੰਦੇ ਸੀ ਕਿ ਹੱਲ ਕਰਾਂਗਾ। ਪਰ ਹੱਲ ਕੀ ਹੈ ਕਿ ਇੱਕ ਪਾਸੇ ਤਾਂ ਤੁਸੀਂ ਦੇਖੋਗੇ ਕਿ ਉਹ ਕਹਿੰਦੇ ਨੇ ਵੀ ਬਾਦਲ ਸਾਹਿਬ ਨੂੰ ਜਾਂ ਵੱਡੇ ਬਾਦਲ ਨੂੰ ਜਾਂ ਛੋਟੇ ਬਾਦਲ ਨੂੰ ਮੈਂ ਅੰਦਰ ਕਰ ਦਾਂਗਾ, ਅੰਦਰ ਉਹਨਾਂ ਤੋਂ ਜਿਹੜਾ ਹੈਗਾ ਸੁਮੇਧ ਸੈਣੀ ਨਹੀਂ ਦਿੱਤਾ ਜਾ ਰਿਹਾ। ਸੋ ਇਹਦਾ ਮਤਲਬ ਇਹੀ ਹੈ ਕਿ ਕਿਤੇ ਨਾ ਕਿਤੇ ਜਾਂ ਤਾਂ ਦੇਖੋ ਸਾਂਝ ਪਿਆਲੀ ਹੈ, ਔਰ ਬਾਦਲ ਸਾਹਿਬ ਨੂੰ ਕੈਪਟਨ ਸਾਹਿਬ ਜਿਹੜੇ ਨੇ ਉਹ ਕਿਤੇ ਨਾ ਕਿਤੇ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ, ਸਿੱਧੇ ਜਾਂ ਸਿੱਧੇ ਤੌਰ ਤੇ, ਜਾਂ ਫਿਰ ਉਹਨਾਂ ਦੀ ਜਿਹੜੀ ਹੈਗੀ ਹੈ ਕਾਬਲੀਅਤ ਦੀ ਘਾਟ ਹੈ ਉਹਨਾਂ ਦੇ ਵਿੱਚ। ਸੋ ਇਸ ਕਰਕੇ ਜੋ ਦੋਵਾਂ ਚੀਜ਼ਾਂ ਤੋਂ ਇੱਕ ਹੈ, ਇਸ ਕਰਕੇ ਇਹ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਹੁਣ ਸਮਾਂ ਵੀ ਦੇਖੋ ਨਾ ਕਿਹੜਾ ਚੱਲ ਰਿਹਾ ਇਸ ਵੇਲੇ, ਇਹ ਵੀ ਦੀ ਗੱਲ ਹੈ। ਡਾਕਟਰ ਸਾਹਿਬ, ਮੈਂ ਚਾਹੁੰਦਾ ਸੀ ਉਹ ਕਲੀਅਰ ਕੀਤਾ ਜਾਏ ਕਿ ਜਿਹੜੀ ਨਵੀਂ ਪਟੀਸ਼ਨ ਪਾਉਣ ਦੀਆਂ ਤਿਆਰੀਆਂ ਚੱਲ ਰਹੀਆਂ, ਉਹ ਕੀ ਕੁਝ ਹੈ ਉਸ ਪਟੀਸ਼ਨ ਦੇ ਵਿੱਚ, ਕਿਵੇਂ ਦੇਖਿਆ ਜਾ ਸਕਦਾ ਉਸ ਨੂੰ? ਦੇਖੋ, ਨਵੀਂ ਪਟੀਸ਼ਨ ਦਾ ਮਤਲਬ ਇਹੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਜਾਂ ਤਾਂ ਦੇਖੋ 2-3 ਮਸਲੇ ਜਿਹੜੇ ਨੇ ਉਹਨਾਂ ਨੇ ਖੜੇ ਕੀਤੇ ਸੀਗੇ। ਪਹਿਲਾ ਮਸਲਾ ਸੀਗਾ ਕਿ ਜਿਹੜਾ ਸੀਗਾ ਪੁਲਿਸ ਦੀ ਭਰਤੀ ਦਾ ਜਿਹੜਾ ਘਪਲਾ ਹੈ ਉਹਨੂੰ ਸਾਹਮਣੇ ਲਿਆਂਦਾ ਜਾਏਗਾ। ਇਹ ਵੀ ਇੱਕ ਕਿਸਮ ਦੀਆਂ ਕਿਆਸ ਰਾਈਆਂ ਕੀਤੀਆਂ ਜਾ ਸਕਦੀਆਂ ਨੇ ਕਿ ਸੁਮੇਧ ਸੈਣੀ ਹੋਰਾਂ ਨੇ ਉਹ ਜਿਹੜੀ ਭਰਤੀ ਹੋਈ ਹੈ, ਸਿਪਾਹੀ ਭਰਤੀ ਜਿਹੜੀ ਹੋਈ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੀ ਹੈਗੀ ਆ ਕੋਈ ਨਾ ਕੋਈ ਘਪਲਾ ਹੋਇਆ। ਦੂਜੇ ਪਾਸੇ ਉਹਨਾਂ ਦੀ ਜਿਹੜੀ ਕੋਠੀ ਦਾ ਮਸਲਾ ਹੈ ਚੰਡੀਗੜ੍ਹ ਵਾਲੀ, ਕਿ ਉਹਨੂੰ ਲੈ ਕੇ ਵੀ ਜਿਹੜੇ ਨੇ ਬਹੁਤ ਸਾਰੇ ਕਿਆਸ ਰਾਈਆਂ ਕੀਤੀਆਂ ਜਾ ਰਹੀਆਂ ਨੇ ਕਿ ਕੋਠੀ ਨੂੰ ਖਰੀਦਣ ਦੇ ਵਿੱਚ ਜਾਂ ਉਹਦਾ ਕਿੰਨਾ ਕਿਰਾਇਆ ਦਿੱਤਾ ਗਿਆ, ਲੱਖਾਂ ਰੁਪਇਆ ਕਿਰਾਇਆ ਜਿਹੜਾ ਸੀਗਾ ਜਾਂਦਾ ਸੀਗਾ, ਉਹ ਕਿਵੇਂ ਜਾ ਰਿਹਾ ਸੀਗਾ, ਉਹਨੂੰ ਖਰੀਦਿਆ ਗੈਰ ਕਾਨੂੰਨੀ ਢੰਗ ਨਾਲ ਗਿਆ। ਸੋ ਜਾਂ ਤਾਂ ਕਿਤੇ ਉਹਦਾ ਮਸਲਾ ਹੈ। ਪਰ ਮੈਨੂੰ ਇਹ ਲੱਗਦਾ ਹੈ, ਜਿਹੜੀ ਮੈਂ ਪੁਆਇੰਟ ਇੱਥੇ ਆਪਣਾ ਸਮਝਣਾ ਚਾਹੁੰਦੇ ਹਾਂ ਅਸੀਂ, ਕਿ ਇਹਨਾਂ ਮਸਲਿਆਂ ਨੂੰ ਲੈ ਕੇ ਜਿਹੜਾ ਹੈਗਾ ਕੁਝ ਨਹੀਂ ਨਿਕਲਣਾ। ਇਹਦੇ ਲਈ ਜਦੋਂ ਵੀ ਕੋਈ ਏਦਾਂ ਦੀ ਗੱਲ ਹੁੰਦੀ ਆ, ਮੰਨ ਲਓ ਆਪਾਂ ਪੁਲਿਸ ਭਰਤੀ ਦੀ ਗੱਲ ਕਰਦੇ ਆ, ਤਾਂ ਤੁਸੀਂ ਦੇਖੋਗੇ ਕਿ ਪੁਲਿਸ ਭਰਤੀ ਕੋਈ ਇਕੱਲੇ ਸੁਮੇਧ ਸੈਣੀ ਵੱਲੋਂ ਤਾਂ ਕੀਤੀ ਨਹੀਂ ਜਾਂਦੀ। ਉਹਦੇ ਲਈ ਬਕਾਇਦਾ ਕਮੇਟੀਆਂ ਬਣਦੀਆਂ ਨੇ, ਉਹਦੇ ਲਈ ਅਲੱਗ-ਅਲੱਗ ਜਿਹੜੇ ਨੇ, ਚਾਹੇ ਉਹ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜੀ ਹੈਗੀ ਹੈ ਚੋਣ ਜਦੋਂ ਹੁੰਦੀ ਹੈ ਜਾਂ ਇਦਾਂ ਦੀ ਭਰਤੀ ਹੁੰਦੀ ਹੈ,
ਤਾਂ ਉਹਦੇ ਵਿੱਚ ਇਕੱਲੇ ਡੀਜੀਪੀ ਦਾ ਜਿਹੜਾ ਹੈਗਾ ਹੱਥ ਹੋਣਾ, ਇਹ ਕਹਿ ਦੇਣਾ ਕਿ ਡੀਜੀਪੀ ਕਰਕੇ ਇਹ ਕਪਲੇ ਹੋਏ ਨੇ, ਇਹ ਕਦੇ ਵੀ ਸੰਭਵ ਨਹੀਂ ਹੁੰਦਾ। ਤੁਸੀਂ ਉਹਦੇ ਤੋਂ ਕਦੇ ਕੱਢ ਨਹੀਂ ਪਾਓਗੇ। ਇਸੇ ਤਰ੍ਹਾਂ ਜਦੋਂ ਤੁਸੀਂ ਕੋਠੀ ਦਾ ਮਸਲਾ ਕਹਿੰਦੇ ਹੋ ਕਿ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਹੈਗੀ ਕੋਠੀ ਖਰੀਦੀ ਗਈ ਹੈ, ਤਾਂ ਇਹਦਾ ਮਤਲਬ ਇਹੀ ਹੈ ਕਿ ਉਹ ਵੀ ਜਦੋਂ ਤੁਸੀਂ ਕੋਈ ਬੰਦਾ ਖਰੀਦੇਗਾ ਤਾਂ ਲਾਜ਼ਮੀ ਤੌਰ ਤੇ ਉਹਦੀ ਕਾਗਜ਼ੀ ਕਾਰਵਾਈ ਤਾਂ ਪੂਰੀ ਕਰੇਗਾ। ਸੋ ਇਸ ਕਰਕੇ ਉੱਥੇ ਵੀ ਤੁਸੀਂ ਸੁਮੇਧ ਸੈਣੀ ਹੋਰਾਂ ਨੂੰ ਨਹੀਂ ਘੇਰ ਸਕਦੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਾਂ ਤਾਂ ਤੁਸੀਂ ਕੋਟਕਪੂਰਾ ਗੋਲੀकांड ਦਾ ਮਸਲਾ ਲੈ ਕੇ ਆਓ, ਜਾਂ ਹੋਰ ਜਿਹੜੇ ਮਸਲੇ ਇਦਾਂ ਦੇ ਹੋਏ ਸੀਗੇ ਉਹਨਾਂ ਦੇ ਮਸਲੇ ਕੱਢੋ। ਉਹਨਾਂ ਦੇ ਵਿੱਚ ਜਿਹੜਾ ਹੈਗਾ ਕੋਈ ਨਾ ਕੋਈ ਜਿਹੜਾ ਹੈਗਾ ਤਰੀਕਾ ਲੱਭਿਆ ਜਾ ਸਕਦਾ ਹੈ। ਪਰ ਵਿਜੀਲੈਂਸ ਕੀ ਕਰਦੀ ਹੈ? ਡਾਕਟਰ ਸਾਹਿਬ, ਮੈਂ ਇਹ ਪੁੱਛ ਰਿਹਾ ਸੀ ਕਿ ਜਿਹੜਾ ਹਾਈ ਕੋਰਟ ਦੇ ਫੈਸਲੇ ਨੂੰ ਹੁਣ ਚੁਣੌਤੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈ, ਕੀ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਸਫਲਤਾ ਮਿਲੇਗੀ? ਕਿਉਂਕਿ ਹਾਈ ਕੋਰਟ ਨੇ ਤਾਂ ਆਲਰੇਡੀ ਪਹਿਲਾਂ ਵੀ ਕਿੰਨੀ ਵਾਰੀ ਕਹਿ ਚੁੱਕੇ ਨੇ, ਹਰੇਕ ਕੇਸ ਦੇ ਵਿੱਚ ਜਦੋਂ ਵੀ ਸੁਮੇਧ ਸੈਣੀ ਦੀ ਜ਼ਮਾਨਤ ਮਨਜ਼ੂਰ ਹੁੰਦੀ ਹੈ ਤਾਂ ਉਹਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ 1 ਹਫ਼ਤੇ ਦਾ ਸਮਾਂ ਦਿੱਤਾ ਜਾਵੇ, ਜਦੋਂ ਵੀ ਇਨਕੁਆਇਰੀ ਦੇ ਵਿੱਚ ਸ਼ਾਮਲ ਹੋਣਗੇ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਅਲਟੀਮੇਟਮ ਟਾਈਪ ਆ ਕਿ 1 ਹਫ਼ਤੇ ਦਾ ਸਮਾਂ ਸੁਮੇਧ ਸੈਣੀ ਨੂੰ ਦਿੱਤਾ ਜਾਏ। ਇਸ ਵਾਰੀ ਫੇਰ ਦਿੱਤਾ ਗਿਆ ਕਿ ਕਿਸ ਤਰ੍ਹਾਂ ਹੋ ਗਿਆ ਕਿ ਸੁਮੇਧ ਸੈਣੀ ਨੂੰ ਤੁਸੀਂ ਅਰੈਸਟ ਕਰ ਲਿਆ, ਉਹ ਤਾਂ ਪੁੱਛਗਿੱਛ ਵਿੱਚ ਸ਼ਾਮਲ ਹੋਣ ਆਇਆ ਸੀ। ਹੁਣ ਫੇਰ ਤੋਂ ਵਿਜੀਲੈਂਸ ਜਿਹੜੀ ਇਹਨੂੰ ਚੁਣੌਤੀ ਦੇਣ ਦੀ ਗੱਲ ਕਹਿ ਰਹੀ ਹੈ ਕਿ ਅਸੀਂ ਇਹਨੂੰ ਚੁਣੌਤੀ ਦੇਣੀ ਹੈ। ਸੁਖਵਿੰਦਰ ਜੀ ਦੇਖੋ, ਹਾਈ ਕੋਰਟ ਵੱਲੋਂ ਪਹਿਲੇ ਹੀ ਝਾੜਾਂ ਪੈ ਚੁੱਕੀਆਂ ਨੇ, ਚਾਹੇ ਉਹ ਕਾਂਗਰਸ ਨੂੰ ਵੀ, ਸਰਕਾਰ ਨੂੰ ਵੀ ਝਾੜਾਂ ਪਈਆਂ ਨੇ। ਉਹਨਾਂ ਨੂੰ ਵੀ ਪੁੱਛਿਆ ਗਿਆ ਕਿ ਤੁਸੀਂ ਭਾਈ ਇੱਕ ਬੰਦੇ ਨੂੰ ਜਦੋਂ ਅਸੀਂ ਉਹਨੂੰ ਜ਼ਮਾਨਤ ਦੇ ਚੁੱਕੇ ਹਾਂ, ਤੁਸੀਂ ਬਿਨਾਂ ਜ਼ਮਾਨਤ ਜਿਹੜਾ ਹੈਗਾ ਸਾਰਾ ਕੁਝ ਕਾਗਜ਼ੀ ਕਾਰਵਾਈ ਤੁਹਾਨੂੰ ਪਤਾ ਹੈ ਕਿ ਇਹਨਾਂ ਨੂੰ ਅਸੀਂ ਅੰਦਰ ਨਹੀਂ ਦੇ ਸਕਦੇ, ਔਰ ਤੁਸੀਂ ਇਹਦੇ ਬਾਵਜੂਦ ਜਿਹੜਾ ਹੈਗਾ ਉਹਨਾਂ ਨੂੰ ਅੰਦਰ ਕਿਵੇਂ ਰੱਖਿਆ? ਇਹਦੀਆਂ ਬਹੁਤ ਸਾਰੀਆਂ ਝਾੜਾਂ ਜਿਹੜੀਆਂ ਨੇ ਵਿਜੀਲੈਂਸ ਨੂੰ ਵੀ ਪਈਆਂ ਨੇ ਔਰ ਸਰਕਾਰ ਨੂੰ ਵੀ ਪਈਆਂ ਨੇ। ਸੋ ਜੇਕਰ ਦੁਬਾਰਾ ਫੇਰ ਉਹੀ ਗੱਲ ਕਾਰਵਾਈ ਜਿਹੜੀ ਹੈਗੀ ਹੈ ਦੁਹਰਾਈ ਜਾਂਦੀ ਹੈ, ਤਾਂ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਨਿਕਲਣ ਨੂੰ ਕੁਝ ਨਹੀਂ ਹੈ। ਜਾਂ ਤਾਂ ਉਹ ਕਹਿਣਗੇ ਹੁਣ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ, ਉੱਥੋਂ ਆਰਡਰ ਲੈ ਕੇ ਆਵਾਂਗੇ, ਤਾਂ ਕੋਈ ਕਹਿ ਸਕਦੇ ਹਾਂ ਉਹਨੂੰ ਸਮਾਂ ਬਹੁਤ ਲੱਗੇਗਾ, ਉਹਨੂੰ ਹਜੇ ਬਹੁਤ ਮਤਲਬ ਉਹਦੇ ਲਈ ਫੇਰ ਅਗਲੀਆਂ ਤਿਆਰੀਆਂ ਚਾਹੀਦੀਆਂ ਨੇ। ਜਿਵੇਂ ਬਾਕੀ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ 'ਚ ਗਈ ਹੈ ਸਰਕਾਰ, ਸੋ ਉਹਦੇ ਵਿੱਚੋਂ ਵੀ ਕੁਝ ਨਹੀਂ ਨਿਕਲਣਾ। ਕਹਿਣ ਦਾ ਮਤਲਬ ਹੈ ਕਿ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਇਹਦੇ ਵਿੱਚੋਂ ਨਾ ਤਾਂ ਸੁਮੇਧ ਸੈਣੀ ਦਾ ਕੁਝ ਵਿਗੜਨਾ, ਨਾ ਬਾਦਲ ਸਾਹਿਬ ਦਾ ਕੁਝ ਵਿਗੜਨਾ ਹੈ, ਨਾ ਹੀ ਆਪਾਂ ਨੂੰ ਪਤਾ ਹੈ ਕਿ ਨਾ ਕਿਸੇ ਹੋਰ ਜਿਹੜੇ ਨੇ ਉਹਨਾਂ ਨੂੰ, ਆਪਾਂ ਜਿਨ੍ਹਾਂ ਨੂੰ ਸਮਝ ਰਹੇ ਹਾਂ ਕਿ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ, ਚਾਹੇ ਉਹ ਬਰਗਾੜੀ ਕਾਂਡ ਹੋਵੇ, ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਫਾੜਨ ਦਾ ਮਸਲਾ ਹੋਵੇ, ਇਹਦੇ ਵਿੱਚ ਨਿਆਂ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਨੇ। ਸੋ ਹੁਣ ਕਿਉਂਕਿ ਸਮਾਂ ਨਹੀਂ ਹੈ, 4.5 ਸਾਲ ਤੋਂ ਉੱਤੇ ਸਮਾਂ ਜਿਹੜਾ ਹੈਗਾ ਬੀਤ ਚੁੱਕਿਆ ਹੈ, ਹੁਣ ਜਿਹੜਾ ਹੈਗਾ ਹੁਣ ਤਾਂ ਇਹ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਸਰਕਾਰ ਜ਼ਰੂਰ ਕਰੇਗੀ, ਪਰ ਨਿਕਲਣਾ ਜਿਹੜਾ ਹੈਗਾ ਕੁਝ ਨਹੀਂ ਨਿਕਲੇਗਾ ਸੁਖਿੰਦਰ ਜੀ। ਬਿਲਕੁਲ ਬਿਲਕੁਲ, ਸਿਰਫ ਤੇ ਸਿਰਫ ਸਿਆਸਤ ਜਿਹੜੀ ਉਹ ਨਜ਼ਰ ਆ ਰਹੀ ਹੈ। ਉਧਰਲੇ ਬੰਨੇ ਬੀਜੇਪੀ ਦੇ ਵਿੱਚ ਕਾਫੀ ਖੜਬੜੀ ਦੇਖਣ ਨੂੰ ਮਿਲ ਰਹੀ ਹੈ ਜਦੋਂ ਤੋਂ ਅਨਿਲ ਜੋਸ਼ੀ ਹੋਣੀ ਅਕਾਲੀ ਦਲ ਦਾ ਪੱਲਾ ਫੜ ਲੈਂਦੇ ਨੇ। ਹਾਲਾਂਕਿ ਪਹਿਲਾਂ ਜਦੋਂ ਉਹਨਾਂ ਨੇ ਛੱਡਿਆ ਸੀ ਉਦੋਂ ਬੀਜੇਪੀ ਵਾਲਿਆਂ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ, ਤੇ ਹੁਣ ਜਿਹੜਾ ਜਦੋਂ ਅਨਿਲ ਜੋਸ਼ੀ ਉਹਦੇ ਵਿੱਚ ਸ਼ਾਮਲ ਹੋ ਗਏ ਅਕਾਲੀ ਦਲ ਦੇ ਵਿੱਚ ਜਾ ਕੇ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਉਹਨਾਂ ਨੂੰ, ਤਾਂ ਇਹਨਾਂ ਨੇ ਕੋਰ ਕਮੇਟੀ ਦੀ ਇੱਕ ਮੀਟਿੰਗ ਸੱਦੀ, ਉਹਦੇ ਵਿੱਚ ਕਾਫੀ ਚਰਚਾਵਾਂ ਹੋਈਆਂ ਜਾਂ ਕਹਿ ਲਓ ਕਿ ਚਿੰਤਾ ਵੀ ਜਤਾਈ ਗਈ ਹੋਣੀ ਕਿ ਹੁਣ ਪੰਜਾਬ ਦੇ ਵਿੱਚ ਅਸੀਂ ਕਿੱਦਾਂ ਪੈਰਾਂ ਸਿਰ ਹੋਵਾਂਗੇ ਜੇ ਇੱਕ ਇੱਕ ਕਰਕੇ ਲੀਡਰ ਏਦਾਂ ਹੀ ਛੱਡਦੇ ਰਹੇ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ? ਸੁਖਵਿੰਦਰ ਜੀ ਦੇਖੋ, ਬੀਜੇਪੀ ਲਈ ਪੰਜਾਬ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ। ਜੇ ਆਪਾਂ ਇਹਨੂੰ ਨੈਸ਼ਨਲ ਲੈਵਲ ਦੀ ਪਾਰਟੀ ਹੈ ਔਰ ਇਸ ਵੇਲੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ, ਔਰ ਦੂਜੀ ਖਾਸੀਅਤ ਇਹ ਹੈ ਕਿ ਸਭ ਤੋਂ ਜੇ ਕੋਈ ਆਰਗੇਨਾਈਜ਼ਡ ਪਾਰਟੀ ਹੈ ਦੁਨੀਆ ਦੀ, ਉਹ ਵੀ ਬੀਜੇਪੀ ਹੈ। ਸੋ ਇਸ ਕਰਕੇ ਬੀਜੇਪੀ ਨੂੰ ਇਹ ਕਹਿਣਾ ਵੀ ਪੰਜਾਬ ਦੇ ਵਿੱਚੋਂ ਇਹ ਖਤਮ ਹੋ ਜਾਏਗੀ, ਪਹਿਲਾਂ ਵੀ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਇੱਥੇ ਸਾਨੂੰ ਕੋਈ ਇੱਥੇ ਸੱਤਾ ਤਾਂ ਅਸੀਂ ਦੁਬਾਰਾ ਸਾਡੀ ਕਾਇਮ ਨਹੀਂ ਹੋ ਜਾਏਗੀ। ਉਹ ਤਾਂ ਸਿਰਫ ਆਪਣੀ ਹੋਂਦ ਬਚਾਉਣ ਲਈ ਸੀਟਾਂ ਜਿਹੜੀਆਂ ਨੇ ਉਹ ਚਾਹੁੰਦੇ ਨੇ ਕਿ ਸਾਡੀ ਮਾੜੀ ਮੋਟੀ ਹੋਂਦ ਇੱਥੇ ਬਚੀ ਰਹੇ, ਸਾਨੂੰ ਇਹ ਨਾ ਭੁੱਲੋ ਕਿ ਇਹੀ ਨਾ ਭੁੱਲ ਜਾਣ ਕਿ ਬੀਜੇਪੀ ਕੋਈ ਪਾਰਟੀ ਨਹੀਂ ਹੈ। ਤਾਂ ਆਪਾਂ ਨੂੰ ਵੀ ਪਤਾ ਹੈ ਕਿ ਅਨਿਲ ਜੋਸ਼ੀ ਨੂੰ ਜਾਣ ਬੁੱਝ ਕੇ ਕੱਢਿਆ ਗਿਆ। ਇਹ ਤਾਂ ਹੈ ਨਹੀਂ ਕਿ ਅਨਿਲ ਜੋਸ਼ੀ ਜਿਹੜਾ ਹੈਗਾ ਉਹ ਪਹਿਲੀ ਵਾਰੀ ਉਹ ਆਇਆ ਸੀ, ਉਹਨੂੰ ਤਾਂ ਰੱਖ ਵੀ ਸਕਦੇ ਸੀਗੇ ਔਰ ਉਹਨੂੰ ਇਗਨੋਰ ਵੀ ਕੀਤਾ ਜਾ ਸਕਦਾ ਸੀਗਾ, ਪਰ ਉਹਨਾਂ ਨੇ ਜਾਣਬੁੱਝ ਕੇ ਕੱਢਿਆ। ਔਰ ਅਨਿਲ ਜੋਸ਼ੀ ਦੇ ਨਾਲ ਬਹੁਤ ਸਾਰੇ ਜਿਹੜੇ ਬੀਜੇਪੀ ਦੇ ਚਾਹੇ ਉਹ ਵਰਕਰ ਹੋਣ ਜਾਂ ਵੱਡੇ ਲੀਡਰ ਹੋਣ, ਉਹ ਉਹਦੇ ਨਾਲ ਚਲੇ ਗਏ ਨੇ ਹੁਣ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਯੂਪੀ ਦਾ ਕੀ ਬਣੇਗਾ ਇਸ ਵੇਲੇ। ਜਿਹੜੀ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਵੱਡੀ ਚਿੰਤਾ ਹੈ ਬੀਜੇਪੀ ਦੀ ਉਹ ਹੈ ਯੂਪੀ ਦੀ, ਕਿਉਂਕਿ ਜੇਕਰ 22 ਦੇ ਵਿੱਚ ਚੋਣਾਂ ਬਰਾਬਰ ਹੋਣੀਆਂ ਨੇ, ਪੰਜਾਬ ਦੇ ਨਾਲ ਹੋਣੀਆਂ ਨੇ, ਜੇਕਰ ਯੂਪੀ ਦੇ ਵਿੱਚ ਕੋਈ ਸਮੱਸਿਆ ਖੜੀ ਹੁੰਦੀ ਹੈ
ਔਰ ਇਹ ਨਾਲ ਜੁੜਿਆ ਹੋਇਆ। ਜੇ ਕਿਸਾਨੀ ਦਾ ਮਸਲਾ ਪੰਜਾਬ ਦੇ ਵਿੱਚ ਹੈ, ਹਰਿਆਣੇ ਦੇ ਵਿੱਚ ਹੈ, ਉੱਤਰਾਖੰਡ ਦੇ ਵਿੱਚ ਹੈ, ਉਹ ਯੂਪੀ ਦੇ ਵਿੱਚ ਵੀ ਵੱਧ ਰਿਹਾ ਹੈ। ਸੋ ਯੂਪੀ ਦੇ ਵਿੱਚ ਜੇ ਵੱਡਾ ਸੰਕਟ ਬੀਜੇਪੀ ਨੂੰ ਸਾਹਮਣਾ ਕਰਨਾ ਪੈਂਦਾ ਹੈ ਤਾਂ ਲਾਜ਼ਮੀ ਤੌਰ ਤੇ ਉਹਦਾ ਹੱਲ ਜਿਹੜਾ ਹੈਗਾ, ਅਗਲਾ ਜਿਹੜਾ ਕਦਮ ਹੋਏਗਾ ਉਹ 24 ਤੱਕ ਜਾਏਗਾ, ਕਿਉਂਕਿ ਯੂਪੀ ਦੇ ਵਿੱਚੋਂ 24 ਨਿਕਲਣੀ ਹੈ। ਸੋ ਇਸ ਕਰਕੇ 24 ਨੂੰ ਬਚਾਉਣ ਦੇ ਲਈ ਉਹ ਹੁਣ ਪੂਰੀ ਦਾ ਪੂਰਾ ਉਹਨਾਂ ਨੇ ਕਮਰ ਕਸੇ ਕੀਤੇ ਹੋਏ ਨੇ। ਇਸੇ ਤਰ੍ਹਾਂ ਆਰਐਸਐਸ ਦੇ ਜਿੰਨੇ ਵੀ ਵਿੰਗ ਨੇ, ਵੱਖ-ਵੱਖ ਲਗਭਗ 65 ਵਿੰਗ ਨੇ ਸੁਖਵਿੰਦਰ ਜੀ ਆਰਐਸਐਸ ਦੇ। ਸੋ ਉਹਨਾਂ ਵਿੰਗਾਂ ਨੂੰ, ਉਹਦੇ ਵਿੱਚੋਂ ਕਿਸਾਨ ਵਿੰਗ ਵੀ ਹੈ ਔਰ ਬਾਕੀ ਵਿੰਗਾਂ ਨੂੰ ਵੀ ਇਹੀ ਲਾਇਆ ਹੋਇਆ ਕਿ ਭਾਈ ਕਿਵੇਂ ਨਾ ਕਿਵੇਂ ਆਪਾਂ ਹੱਲ ਤਲਾਸ਼ੀਏ ਤਾਂ ਕਿ ਅਸੀਂ ਇਸ ਸੰਘਰਸ਼ ਦੇ ਵਿੱਚੋਂ ਕੋਈ ਨਾ ਕੋਈ ਮਾੜਾ ਮੋਟਾ ਜੇ ਗੇਨ ਕਰ ਸਕਦੇ ਹਾਂ ਉਹ ਗੇਨ ਕਰੀਏ। ਕੋਈ ਨਾ ਕੋਈ, ਜੇ ਤੁਸੀਂ ਕਹਿੰਦੇ ਹੋ ਤਾਂ ਅਸੀਂ ਇਹ ਜਿਹੜਾ ਕ੍ਰੈਡਿਟ ਕਿਹਨੂੰ ਦੇਣਾ ਹੈ ਕਿ ਜੇਕਰ ਮੰਨ ਲਓ ਉਹ ਕੋਈ ਨਵਾਂ ਕਾਨੂੰਨ ਬਣਦਾ ਹੈ, ਚਾਹੇ ਐਮਐਸਪੀ ਵਾਲਾ ਬਣਦਾ ਹੈ ਜਾਂ ਹੋਰ ਕੋਈ ਇਹਨਾਂ ਕਾਨੂੰਨਾਂ ਦੇ ਵਿੱਚ ਤਰਮੀਮਾਂ ਕੀਤੀਆਂ ਜਾਂਦੀਆਂ ਨੇ, ਤਾਂ ਉਹਦਾ ਕ੍ਰੈਡਿਟ ਕਿਹਨੂੰ ਦਿੱਤਾ ਜਾਏ, ਉਹ ਕਿਵੇਂ ਸਾਹਮਣੇ ਲਿਆਂਦਾ ਜਾਏ, ਉਹਦਾ ਮਸਲਾ ਹੈ। ਸੋ ਇਸੇ ਜਦੋਂ ਕ੍ਰੈਡਿਟ ਦੀ ਗੱਲ ਤੁਸੀਂ ਕਰਦੇ ਹੋ, ਇੱਕ ਜਿਹੜੀਆਂ ਅਖਬਾਰਾਂ ਚਰਚਾਵਾਂ ਵੀ ਚੱਲ ਰਹੀਆਂ ਹੈ ਕਿ ਆਰਐਸਐਸ ਦਾ ਜਿਹੜਾ ਕਿਸਾਨ ਵਿੰਗ ਹੈ, ਭਾਰਤੀ ਕਿਸਾਨ ਸੰਘ ਹੈ, ਉਹਨੇ ਵੀ ਮੋਦੀ ਸਰਕਾਰ ਨੂੰ ਅਲਟੀਮੇਟਮ ਦਿੱਤਾ ਕਿ ਇਸੇ ਮਹੀਨੇ ਕਿਸਾਨਾਂ ਦੇ ਮਸਲੇ ਦਾ ਹੱਲ ਕਰੋ, ਐਮਐਸਪੀ ਦਾ ਹੱਲ ਕਰੋ, ਨਹੀਂ ਤਾਂ ਅਸੀਂ 8 ਸਤੰਬਰ ਨੂੰ ਸ਼ਾਇਦ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ। ਕੀ ਕਿਤੇ ਇਹ ਤਾਂ ਨਹੀਂ ਚੱਲ ਰਿਹਾ ਕਿ ਆਰਐਸਐਸ ਦੇ ਉਸ ਵਿੰਗ ਨੂੰ ਜਿਹੜਾ ਸਾਰਾ ਸਿਹਰਾ ਦਿੱਤਾ ਜਾਏ ਕਿ ਦੇਖੋ ਜੀ ਆਰਐਸਐਸ ਆਪਣੇ ਗਲ 'ਚ ਪਾ ਲੇ ਕਿ ਅਸੀਂ ਮਸਲੇ ਦਾ ਹੱਲ ਕਰਵਾ ਦਿੱਤਾ ਸਰਕਾਰ ਦੇ ਕੋਲੋਂ, ਖੇਤੀ ਕਾਨੂੰਨ ਰੱਦ ਕਰਵਾਉਣ ਜਾਂ ਜੋ ਵੀ ਕਰਾਉਣਗੇ ਉਹ? ਬਿਲਕੁਲ, ਮੈਂ ਇਹੀ ਗੱਲ ਸਮਝਣ ਦੀ ਲੋੜ ਹੈ ਕਿ ਜਿਹੜੀ ਪੋਲਿਟਿਕਸ ਚੱਲ ਰਹੀ ਹੈ, ਇਹਦਾ ਮਤਲਬ ਵੱਖ-ਵੱਖ ਜਿਹੜੇ ਨੇ ਸੰਘ ਦੇ ਜਿਹੜੇ ਨੇ ਵਿੰਗ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਔਰ ਉਹਨਾਂ ਦੇ ਨਾਂ ਦੇ ਉੱਤੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਔਰ ਨਵੇਂ ਬੰਦੇ ਜਿਹੜੇ ਨੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਔਰ ਇਹੀ ਕਾਰਨ ਹੈ ਕਿ ਤੁਸੀਂ ਦੇਖਿਆ, ਜਿਹੜੀ ਗੱਲ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਇਹ ਹੁਣ ਜੇਕਰ ਇਹ ਕਾਨੂੰਨ ਬਣਦਾ ਨਵਾਂ ਐਮਐਸਪੀ ਦੇ ਬਾਰੇ ਤਾਂ ਉਹਦਾ ਕ੍ਰੈਡਿਟ ਵੀ ਕਿਹਨੂੰ ਦਿੱਤਾ ਜਾਏਗਾ? ਆਰਐਸਐਸ ਦੇ ਕਿਸਾਨ ਵਿੰਗ ਨੂੰ, ਕਿ ਉਹਨਾਂ ਨੇ ਕਹਿਣਾ ਹੈ ਕਿ ਇਹਨਾਂ ਨੇ ਦੇਖੋ ਜੀ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਔਰ ਇਹਨਾਂ ਕਰਕੇ ਅਸੀਂ ਜਿਹੜਾ ਹੈਗਾ ਇਹ ਨਵਾਂ ਕਾਨੂੰਨ ਬਣਾਤਾ ਔਰ ਸਾਰਾ ਕ੍ਰੈਡਿਟ ਉਹਨਾਂ ਨੂੰ ਦੇ ਕੇ, ਯਾਨੀ ਕਿ ਇੱਕ ਕਿਸਮ ਦਾ ਜਿਹੜਾ ਹੈਗਾ ਉਹ ਜਿਹੜਾ ਪਲੇਇੰਗ ਜਿਹੜਾ ਲੈਵਲ ਫੀਲਡ ਜਿਹੜਾ ਹੈਗਾ ਉਹਨੂੰ ਕਰਨ ਦੀ ਕੋਸ਼ਿਸ਼ ਕਰਦਾ ਕਿ ਇੱਕ ਪਾਸੇ ਕਿਸਾਨ ਨੇ ਔਰ ਦੂਜੇ ਪਾਸੇ ਸਾਡਾ ਆਪਣਾ ਵਿੰਗ ਹੈ। ਅਸੀਂ ਕਿਸਾਨਾਂ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦੇ, ਅਸੀਂ ਕ੍ਰੈਡਿਟ ਸਿਰਫ ਸਾਡੇ ਕਿਸਾਨ ਵਿੰਗ ਨੂੰ ਦੇਣਾ ਚਾਹੁੰਦੇ ਹਾਂ। ਸੋ ਉਹਦੇ ਕਰਕੇ ਤੁਸੀਂ ਦੇਖੋਗੇ ਉਹਦੇ ਵਿੱਚੋਂ ਨਵੇਂ ਲੀਡਰ ਲੱਭੇ ਜਾਣਗੇ ਔਰ ਨਵੇਂ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਔਰ ਉਹਨਾਂ ਲੀਡਰਾਂ ਦੇ ਸਹਾਰੇ ਜਿਹੜਾ ਹੈਗਾ 22 ਦੀ ਚੋਣ ਦੀਆਂ ਲੜਨ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਪੈਦਾ ਕੀਤੀਆਂ ਜਾ ਰਹੀਆਂ ਨੇ। ਸੋ ਵਿੱਚੋਂ ਜਿਹੜਾ ਹੈਗਾ, ਜੇ ਆਪਾਂ ਕਹੀਏ ਕਿ ਕਿਸਾਨ ਵੀ ਇਸ ਗੱਲ ਨੂੰ ਸਮਝ ਰਹੇ ਨੇ, ਆਮ ਲੋਕ ਵੀ ਇਸ ਗੱਲ ਨੂੰ ਸਮਝ ਰਹੇ ਨੇ, ਜੇਕਰ ਬੀਜੇਪੀ ਚਾਹੇ ਕਿ ਹੁਣ ਅਸੀਂ ਇਹ ਸਾਰਾ ਕੁਝ ਕਰਕੇ ਕਿਸਾਨਾਂ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਆਪਣੀ ਕੋਈ ਨਵੀਂ ਹੋਂਦ ਜਾਂ ਆਪਣੀ ਨਵੀਂ ਭੱਲ ਇੱਥੇ ਬਣਾ ਲਾਂਗੇ, ਉਹ ਕਿਸੇ ਕਿਸਮ ਦੀਆਂ ਸੰਭਾਵਨਾਵਾਂ ਨਹੀਂ ਲੱਗ ਰਹੀਆਂ। ਹੁਣ ਪੰਜਾਬ ਵੀ ਹਾਰਿਆ ਜਾਏਗਾ, ਹੁਣ ਉੱਤਰਾਖੰਡ ਵੀ ਹਾਰੇਗੀ ਬੀਜੇਪੀ ਔਰ ਇੱਥੋਂ ਤੱਕ ਕਿ ਯੂਪੀ ਵੀ ਹਾਰੇਗੀ। ਤੁਸੀਂ ਦੇਖਣਾ ਕਿ ਇੱਥੋਂ ਇਹ ਜਿਹੜਾ ਹੌਲੀ ਹੌਲੀ ਜਿਹੜਾ ਉਹਨਾਂ ਦਾ ਅੜੀਅਲ ਰਵੱਈਆ ਹੈ ਬੀਜੇਪੀ ਦਾ ਔਰ ਮੋਦੀ ਸਰਕਾਰ ਦਾ, ਉਹ ਅੜੀਅਲ ਰਵੱਈਆ ਜਿਹੜਾ ਹੈਗਾ ਯੂਪੀ ਦਾ ਜਿਹੜਾ ਹੈਗਾ ਵੱਡਾ ਨੁਕਸਾਨ ਜਿਹੜਾ ਹੈ ਬੀਜੇਪੀ ਦਾ ਹੋ ਸਕਦਾ ਹੈ ਯੂਪੀ ਦੇ ਵਿੱਚ। ਸੋ ਆਉਣ ਵਾਲੀਆਂ ਸੰਭਾਵਨਾਵਾਂ ਇਹੀ ਲੱਗ ਰਹੀਆਂ ਨੇ। ਬੇਸ਼ੱਕ ਇਹ ਸ਼ਤਰੰਜ ਦੀ ਚਾਲ ਆਰਐਸਐਸ ਦੇ ਜਿਹੜੇ ਵੱਖ-ਵੱਖ ਵਿੰਗ ਨੇ, ਚਾਹੇ ਉਹ ਕਿਸਾਨ ਵਿੰਗ ਹੈ ਚਾਹੇ ਦੂਸਰੇ ਵਿੰਗ ਨੇ, ਉਹਨਾਂ ਤੋਂ ਕੁਛ ਨਾ ਕੁਛ ਉਹ ਜ਼ਰੂਰ ਕਰਾਉਣ ਦੀ ਕੋਸ਼ਿਸ਼ ਕਰਨਗੇ, ਪਰ ਉਹਦਾ ਨਤੀਜਾ ਕੋਈ ਬਹੁਤਾ ਵਧੀਆ ਨਿਕਲਣ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆ ਰਹੀਆਂ ਸੁਖਵਿੰਦਰ ਜੀ। ਬਿਲਕੁਲ, ਜਿਸ ਤਰੀਕੇ ਨਾਲ ਡਾਕਟਰ ਸਾਹਿਬ ਤੁਸੀਂ ਦੁਰਸਤ ਫਰਮਾਇਆ ਕਿ ਲੱਗਦਾ ਤਾਂ ਇਦਾਂ ਹੀ ਹੈ ਕਿ ਜਿਹੜੀ ਸਿਆਸੀ ਸ਼ਤਰੰਜ ਹੈ ਉਹ ਸ਼ਾਇਦ ਲੋਕਾਂ ਨੂੰ ਥੋੜੀ ਬਹੁਤ ਸਮਝ ਆਵੇ ਜਾਂ ਨਾ ਆਵੇ, ਪਰ ਇਹ ਸਾਰਾ ਕੁਝ ਇਸੇ ਤਰ੍ਹਾਂ ਦਾ ਤਾਣਾ ਬਾਣਾ ਕਿਤੇ ਨਾ ਕਿਤੇ ਉਲਝ ਜਾਂਦਾ, ਕਿਤੇ ਨਾ ਕਿਤੇ ਉਸ ਨੂੰ ਸੁਲਝਾਉਣ ਦੀ ਕੋਸ਼ਿਸ਼ ਹੁੰਦੀ ਹੈ, ਭਾਵੇਂ ਆਰਐਸਐਸ ਜ਼ਰੀਏ। ਇਹ ਵੀ ਹੋ ਸਕਦਾ ਕਿ ਆਪਣੇ ਕਿਸਾਨ ਵਿੰਗ ਚੋਂ ਲੀਡਰਾਂ ਨੂੰ ਅੱਗੇ ਕਰਨ, ਨੌਜਵਾਨਾਂ ਨੂੰ ਅੱਗੇ ਕਰਨਗੇ, ਕਹਿਣ ਕਿ ਜੀ ਇਹ ਕਿਸਾਨ ਨੇ, ਇਹਨਾਂ ਨੂੰ ਤੁਸੀਂ ਸਮਰਥਨ ਦਿਓ ਜਾਂ ਲੋਕ ਸਮਰਥਨ ਦੇਣ। ਜਿਵੇਂ ਕਿਸੇ ਵੀ ਢੰਗ ਨਾਲ ਸੱਤਾ ਦੇ ਵਿੱਚ ਰਹਿਣਾ ਬੀਜੇਪੀ ਨੇ ਜਾਂ ਆਰਐਸਐਸ ਨੇ ਪਿੱਛੋਂ ਨੂੰ ਸੱਤਾ ਦੇ ਵਿੱਚ ਰੱਖਣਾ, ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਕਿਸਾਨਾਂ ਦਾ ਜਿਹੜਾ ਉਹ ਸਮਰਥਨ ਹੈ ਉਹ ਕਿੱਦਾਂ ਹਾਸਲ ਕਰੀਏ, ਕਿੱਦਾਂ ਬਟੋਰੀਏ। ਅਗਲੀ ਖਬਰ ਜਿਹੜੀ ਇਹ ਆ ਕਿ ਡਾਕਟਰ ਸਾਹਿਬ ਆਖਰੀ ਹੋਏਗੀ ਕਿ ਗੰਨਾ ਕਿਸਾਨਾਂ ਦਾ ਮਸਲਾ, ਇਹਨੂੰ ਕਿੱਦਾਂ ਦੇਖਦੇ ਹੋ? ਹੱਲ ਕੋਈ ਨਿਕਲ ਨਹੀਂ ਰਿਹਾ ਗੰਨਾ ਕਿਸਾਨਾਂ ਦੀ। ਅੱਜ ਸਰਕਾਰ ਦੇ ਨਾਲ ਮੀਟਿੰਗ ਹੈ, ਉਹਨਾਂ ਨੇ ਚੱਕਾ ਜਾਮ ਕੀਤਾ ਹੋਇਆ ਜਲੰਧਰ ਵਾਲੇ ਪਾਸੇ, ਉੱਤੇ ਮੇਨ ਰੋਡ ਦੇ ਉੱਤੇ। ਉਹਨਾਂ ਨੇ ਕਿਹਾ ਕਿ ਅੱਗੋਂ ਅਸੀਂ ਜੇ ਹੱਲ ਅੱਜ ਨਹੀਂ ਨਿਕਲਦਾ ਤਾਂ ਅਸੀਂ ਮੰਗਲਵਾਰ ਨੂੰ ਜਿਹੜਾ ਉਹ ਪੂਰਾ ਪੰਜਾਬ ਜਿਹੜਾ ਬੰਦ ਕਰ ਦਿਆਂਗੇ, ਚੱਕਾ ਜਾਮ ਕਰਾਂਗੇ, ਜ਼ਿੰਮੇਵਾਰੀ ਸਰਕਾਰ ਦੀ ਹੋਣੀ ਹੈ।
ਸੁਖਵਿੰਦਰ ਜੀ ਦੇਖੋ, ਪੰਜਾਬ ਇਸ ਵੇਲੇ ਇੱਕ ਪਾਸੇ ਸਰਕਾਰ ਇਹ ਕਹਿ ਰਹੀ ਹੈ ਕਿ 2 ਫਸਲੀ ਚੱਕਰ 'ਚ ਫਸਿਆ ਹੋਇਆ ਹੈ, ਝੋਨਾ ਤੇ ਜਿਹੜੀ ਹੈਗੀ ਹੈ ਕਣਕ। ਔਰ ਜੇਕਰ ਸਾਡੇ ਕਿਸਾਨ ਪੰਜਾਬ ਦੇ 2 ਫਸਲੀ ਚੱਕਰਾਂ 'ਚੋਂ ਨਿਕਲਣਾ ਚਾਹੁੰਦੇ ਨੇ, ਜਦੋਂ ਉਹ ਗੰਨਾ ਬੀਜਦੇ ਨੇ ਤਾਂ ਉਹਨੂੰ ਉਹਦਾ ਭਾਅ ਸਹੀ ਨਹੀਂ ਦਿੱਤਾ ਜਾਂਦਾ। ਜੇ ਭਾਅ ਸਹੀ ਦੇ ਦਿੱਤਾ ਜਾਂਦਾ ਤਾਂ ਉਹਦੇ ਰਕਮ ਦੀ ਜਿਹੜੀ ਅਦਾਇਗੀ ਹੈ ਉਹ ਲੇਟ ਕੀਤੀ ਜਾਂਦੀ ਹੈ। ਯਾਨੀ ਕਿ ਹਰ ਕਦਮ ਦੇ ਉੱਤੇ ਜਿਹੜਾ ਹੈਗਾ ਕਿਸਾਨਾਂ ਲਈ ਦਿੱਕਤਾਂ ਹੀ ਦਿੱਕਤਾਂ ਖੜੀਆਂ ਹੁੰਦੀਆਂ ਨੇ। ਜੇ ਉਹ ਕੋਈ ਟਮਾਟਰ ਬੀਜਣਾ ਚਾਹੁੰਦੇ ਆ ਕਿਸਾਨ, ਤਾਂ ਉਹਨਾਂ ਦੇ ਟਮਾਟਰ ਨਹੀਂ ਚੱਕੇ ਜਾਂਦੇ। ਜੇ ਸਬਜ਼ੀਆਂ ਬੀਜਣਾ ਚਾਹੁੰਦੇ ਨੇ ਤਾਂ ਸਬਜ਼ੀਆਂ ਦਾ ਬੁਰਾ ਹਾਲ ਹੋ ਜਾਂਦਾ ਹੈ, ਸੜਕਾਂ ਤੇ ਰੁਲਦੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਪਾਸੇ ਸਰਕਾਰਾਂ ਇਹ ਕਹਿ ਰਹੀਆਂ ਨੇ, ਚਾਹੇ ਕੇਂਦਰ ਦੀ ਹੈ ਚਾਹੇ ਸਟੇਟ ਦੀਆਂ ਨੇ, ਕਿ ਤੁਸੀਂ ਭਾਈ ਡਿਵਰਸਿਫਿਕੇਸ਼ਨ ਜਿਹੜੀ ਹੈਗੀ ਹੈ ਫਸਲਾਂ ਦਾ ਜਿਹੜਾ ਬਹੁਤ ਪ੍ਰਤੀ ਜਿਹੜਾ ਹੈਗਾ ਉਹ ਲੈ ਕੇ ਆਓ, ਔਰ ਇਹ 2 ਫਸਲੀ ਚੱਕਰ ਚੋਂ ਤੁਸੀਂ ਨਿਕਲੋ। ਇੱਕ ਪਾਸੇ ਤਾਂ ਇਹ ਕਹਿਣਾ ਚਾਹੁੰਦੀ ਹੈ, ਪਰ ਦੂਜੇ ਪਾਸੇ ਕੀ ਹੈ ਕਿ ਇਹਨਾਂ ਚੀਜ਼ਾਂ ਨੂੰ ਜਦੋਂ ਕਿਸਾਨ ਪੈਦਾ ਕਰਦੇ ਆ, ਜਦੋਂ ਗੰਨਾ ਹੁਣ ਖਾਸ ਤੌਰ ਤੇ ਜਿਹੜਾ ਦੁਆਬੇ ਦੇ ਵਿੱਚ ਗੰਨਾ ਜਿਹੜਾ ਹੈਗਾ ਔਰ ਮਾਝੇ ਦੇ ਵਿੱਚ ਬਹੁਤ ਜ਼ਿਆਦਾ ਗੰਨਾ ਪੈਦਾ ਹੁੰਦਾ ਹੈ ਕਈ ਡਿਸਟ੍ਰਿਕਾਂ ਦੇ ਵਿੱਚ, ਔਰ ਉੱਥੇ ਜਿਹੜੇ ਕਿਸਾਨ ਨੇ ਉਹਨਾਂ ਦਾ ਸਾਰਾ ਖਰਚਾ ਹੀ ਗੰਨੇ ਦੇ ਫਸਲ ਦੇ ਸਹਾਰੇ ਚੱਲਦਾ ਹੈ। ਔਰ ਜੇਕਰ ਉਹਨਾਂ ਦਾ ਤੁਸੀਂ ਫਸਲਾਂ ਦਾ ਪੂਰਾ ਮੁੱਲ ਨਹੀਂ ਦਿਓਗੇ, ਜੇਕਰ ਉਹਨਾਂ ਦੇ ਨਾਲ ਤੁਸੀਂ ਜਿਹੜਾ ਹੈਗਾ ਧੋਖਾ ਕਰੋਗੇ, ਉਹਨਾਂ ਦਾ ਬਕਾਇਆ ਤੁਸੀਂ ਹਜੇ ਤੱਕ ਨਹੀਂ ਦਿੱਤਾ, ਉਹ ਬਕਾਇਆ ਕਿਉਂ ਨਹੀਂ ਦਿੰਦੇ, ਤਾਂ ਲਾਜ਼ਮੀ ਤੌਰ ਤੇ ਉੱਥੋਂ ਦਾ ਜਿਹੜਾ ਕਿਸਾਨ ਹੈ ਉਹ ਦਿੱਲੀ ਜਿਹੜਾ ਹੈਗਾ ਅੱਜ ਕੀ ਹੋ ਰਿਹਾ ਕਿ ਜਿਵੇਂ ਦਿੱਲੀ ਦੇ ਵਿੱਚ ਬੈਠੇ ਨੇ ਉਵੇਂ ਸੇਮ ਜਿਹੜੀ ਹੈਗਾ ਜਲੰਧਰ ਦੇ ਵਿੱਚ ਧਰਨੇ ਲੱਗੇ ਹੋਏ ਨੇ ਕਿਸਾਨਾਂ ਦੇ। ਸੋ ਇਹ ਚੀਜ਼ਾਂ ਨਾ ਪੈਦਾ ਕਰੋ। ਇਸ ਵੇਲੇ ਇੱਕ ਪਾਸੇ ਤਾਂ ਕੈਪਟਨ ਸਾਹਿਬ ਕਹਿੰਦੇ ਨੇ ਕਿ ਮੈਂ ਕਿਸਾਨਾਂ ਤੋਂ ਬਿਨਾਂ ਜੀ ਨਹੀਂ ਸਕਦਾ। ਮੈਂ ਦੇਖੋ ਇੰਨਾ ਕ੍ਰੈਡਿਟ ਲੈਂਦੇ ਨੇ ਉਹ ਕਿ ਉਹ ਇਹ ਕਹਿਣਾ ਚਾਹੁੰਦੇ ਨੇ ਕਿ ਆ ਕਿਸਾਨ ਵੀ ਜਿਹੜੇ ਦਿੱਲੀ 'ਚ ਬੈਠੇ ਨੇ ਉਹ ਮੇਰੇ ਕਰਕੇ ਬੈਠੇ ਨੇ। ਉਹਨਾਂ ਦਾ ਮਤਲਬ ਕਹਿਣ ਤੋਂ ਇਹੀ ਹੁੰਦਾ ਕਿ ਮੈਂ ਜਿਹੜਾ ਹੈਗਾ ਇੱਥੇ ਉਹਨਾਂ ਨੂੰ ਖੁੱਲ੍ਹ ਦਿੱਤੀ ਹੈ ਤਾਂ ਉਹ ਦਿੱਲੀ 'ਚ ਜਾ ਕੇ ਬੈਠੇ ਨੇ, ਉਹਦੇ ਵਿੱਚ ਮੇਰਾ ਬਹੁਤ ਵੱਡਾ ਰੋਲ ਹੈ ਜਦੋਂ ਵੀ ਉਹ ਜਿਹੜਾ ਹੈਗਾ ਭਾਸ਼ਣ ਕਰਦੇ ਨੇ। ਔਰ ਦੂਜੇ ਪਾਸੇ ਸਾਡੇ ਆਪਣੇ ਕਿਸਾਨ ਜਿਹੜੇ ਨੇ, ਆਪਾਂ ਨੂੰ ਵੀ ਪਤਾ ਹੈ ਕਿ ਉਹ ਕੱਲ੍ਹ ਤੋਂ ਲਗਾਤਾਰ ਵਿਚਾਰੇ ਸੜਕਾਂ ਤੇ ਬੈਠੇ ਨੇ, ਰੇਲਾਂ ਤੇ ਬੈਠੇ ਨੇ, ਰੇਲਾਂ ਰੋਕੀਆਂ ਹੋਈਆਂ ਨੇ ਉਹਨਾਂ ਨੇ ਔਰ ਸੜਕਾਂ ਜਾਮ ਕੀਤੀਆਂ ਹੋਈਆਂ ਨੇ। ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਕਿਉਂ ਨਹੀਂ ਸੁਣ ਰਹੇ? ਉਹਨਾਂ ਦੇ ਨਾਲ ਗੱਲਬਾਤ ਕਿਉਂ ਨਹੀਂ ਹੋ ਰਹੀ? ਉਹਨਾਂ ਦਾ ਬਕਾਇਆ ਕਿਉਂ ਨਹੀਂ ਦਿੱਤਾ ਜਾ ਰਿਹਾ? ਉਹਨਾਂ ਦੇ ਗੰਨੇ ਦਾ ਭਾਅ ਸਹੀ ਕਿਉਂ ਨਹੀਂ ਕੀਤਾ ਜਾ ਰਿਹਾ? ਇਹ ਵੱਡੇ ਸਵਾਲ ਜਿਹੜੇ ਨੇ ਪੰਜਾਬ ਦੀ ਕੈਪਟਨ ਸਰਕਾਰ ਦੇ ਉੱਤੇ ਅੱਜ ਉੱਠਦੇ ਨੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਸੱਚੀ ਮੁੱਚੀ ਕੈਪਟਨ ਸਾਹਿਬ ਇਹ ਕਹਿੰਦੇ ਨੇ ਕਿ ਮੈਂ ਕਿਸਾਨਾਂ ਦਾ ਰਾਖਾ, ਉਹਨਾਂ ਨੇ ਵੱਡੇ ਵੱਡੇ ਬੋਰਡ ਲਗਾਏ ਹੋਏ ਨੇ ਕਿ ਕਿਸਾਨਾਂ ਦਾ ਰਾਖਾ ਕੈਪਟਨ ਸਾਹਿਬ। ਸੋ ਜੇਕਰ ਉਹ ਸੱਚੀ ਮੁੱਚੀ ਰਾਖਾ ਬਣਨਾ ਚਾਹੁੰਦੇ ਤਾਂ ਕਿਉਂ ਸਾਡਾ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਸੜਕਾਂ ਤੇ ਰੁਲ ਰਿਹਾ? ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਇਹ ਛੋਟੀਆਂ ਮੰਗਾਂ ਨੇ, ਔਰ ਉਹ ਕੋਈ 50 ਰੁਪਏ ਜਾਂ 100 ਰੁਪਇਆ ਕੁਇੰਟਲ ਜਿਹੜੀ ਹੈਗੀ ਆਪਣਾ ਰੇਟ ਵਧਾਉਣਾ ਚਾਹੁੰਦੇ ਨੇ। ਐਡੀ ਕਿੱਡੀ ਗੱਲ ਹੈ ਜੇ 4 ਰੁਪਏ ਤੁਸੀਂ ਜਾਂ 10 ਰੁਪਏ ਰੇਟ ਵਧਾ ਵੀ ਲੈਣਗੇ, ਉਹ ਤੁਹਾਡੇ ਆਪਣੇ ਪੰਜਾਬ ਦੇ ਕਿਸਾਨ ਨੇ। ਤੁਸੀਂ ਉਹਨਾਂ ਦੀ ਜਿਹੜੀ ਹੈਗੀ ਹੈ ਸਹਾਨੂਭੂਤੀ ਜਿਹੜੀ ਹੈਗੀ ਉਹਨਾਂ ਨਾਲ ਰੱਖਣੀ ਚਾਹੀਦੀ ਹੈ। ਕਿਸਾਨਾਂ ਦੇ ਨਾਲ ਆਪਣਾ ਜਿਹੜਾ ਅੜੀਅਲ ਰਵੱਈਆ ਜਿਸ ਕਿਸਮ ਦਾ ਮੋਦੀ ਸਾਹਿਬ ਨੇ ਕੀਤਾ ਹੋਇਆ ਉਸੇ ਤਰ੍ਹਾਂ ਦਾ ਅੜੀਅਲ ਰਵੱਈਆ ਜਿਹੜਾ ਹੈਗਾ ਕੈਪਟਨ ਸਾਹਿਬ ਨੇ ਕੀਤਾ ਹੋਇਆ। ਸੋ ਕੈਪਟਨ ਸਾਹਿਬ ਨੂੰ ਅੜੀਅਲ ਰਵੱਈਆ ਛੱਡਣਾ ਚਾਹੀਦਾ ਹੈ। ਕਿਸਾਨਾਂ ਦਾ ਜਿਹੜੀਆਂ ਗੰਨੇ ਦੀਆਂ ਕੀਮਤਾਂ ਨੇ ਔਰ ਗੰਨੇ ਦਾ ਜਿਹੜਾ ਬਕਾਇਆ ਹੈ ਉਹ ਪ੍ਰੋਪਰ ਉਹਨਾਂ ਨੂੰ ਦੇਣਾ ਚਾਹੀਦਾ, ਇਮੀਡੀਏਟਲੀ ਦੇਣਾ ਚਾਹੀਦਾ ਹੈ ਤਾਂ ਕਿ ਉਹ ਆਪਣਾ ਪਰਿਵਾਰ ਪਾਲ ਸਕਣ। ਸੁਖਵਿੰਦਰ ਜੀ ਬਿਲਕੁਲ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸੋ ਸਿੱਧੇ ਸਵਾਲ ਪ੍ਰੋਗਰਾਮ ਦੇ ਵਿੱਚ ਫਿਲਹਾਲ ਲਈ ਇੰਨਾ ਹੀ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਸਨ। ਕਿਸੇ ਨੇ ਕਿਹਾ ਕਿ ਜਦੋਂ ਤੁਸੀਂ ਕਿਸਾਨ ਮਜ਼ਦੂਰ ਲਾ ਲਓ ਕਿ ਮਜ਼ਦੂਰ ਦੀ ਗੱਲ ਕੀਤੀ ਜਾਵੇ ਤਾਂ ਉਹਦਾ ਮੁੜਕਾ ਸੁੱਕਣ ਤੋਂ ਪਹਿਲਾਂ ਜੇ ਉਸਦੀ ਮਿਹਨਤ ਉਸਨੂੰ ਦੇ ਦਿਓ ਤਾਂ ਉਹ ਮਤਲਬ ਕਿ ਉਸ ਤੋਂ ਵੱਡੀ ਜਿਹੜੀ ਆ ਪ੍ਰਾਪਤੀ ਕੋਈ ਨਹੀਂ ਹੋ ਸਕਦੀ। ਆਪਾਂ ਇੰਜ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਕਿਸਾਨਾਂ ਦੇ ਰਾਖੇ ਬਣਨ ਦੀ ਗੱਲ ਕਰਦੇ ਹੋ, ਮਜ਼ਦੂਰਾਂ ਦੇ ਰਾਖੇ ਬਣਨ ਦੀ ਗੱਲ ਕਰਦੇ ਹੋ, ਤੁਹਾਨੂੰ ਬੋਰਡ ਛਪਾਉਣ ਦੀ ਲੋੜ ਨਹੀਂ ਪੈਣੀ, ਤੁਹਾਨੂੰ ਦੱਸਣਾ ਨਹੀਂ ਪੈਣਾ। ਉਹਨਾਂ ਕਿਸਾਨਾਂ ਮਜ਼ਦੂਰਾਂ ਦਾ ਜਦੋਂ ਪਸੀਨਾ ਸੁੱਕਣ ਤੋਂ ਪਹਿਲਾਂ ਉਹਨਾਂ ਕੋਲੇ ਉਹਨਾਂ ਦੀ ਜਿਹੜੀ ਉਹ ਦਿਹਾੜੀ ਪੁੱਜ ਜਾਏਗੀ ਤਾਂ ਉਹਨਾਂ ਨੇ ਆਪਣੇ ਆਪ ਤੁਹਾਡੇ ਸੋਲੇ ਗਾਉਣੇ ਨੇ, ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਣੀ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ। ਇਸ ਕਰਕੇ ਚਾਹੀਦਾ ਇਹ ਹੈ ਕਿ ਸਰਕਾਰਾਂ ਸਿਆਸਤ ਦੇ ਨਾਲ ਸਿਆਸਤ ਵੀ ਕਰਨ, ਜ਼ਰੂਰੀ ਹੈ ਸਿਆਸਤ ਕਰਨੀ, ਪਰ ਇਹਦੇ ਨਾਲ ਲੋਕ ਪੱਖੀ ਸਿਆਸਤ ਕਰਨ ਤਾਂ ਕਿ ਲੋਕ ਕਹਿਣ ਕਿ ਬਿਲਕੁਲ ਵਾਕਈ ਕਾਂਗਰਸ ਸਰਕਾਰ ਜਾਂ ਕੈਪਟਨ ਸਰਕਾਰ ਜਾਂ ਅਕਾਲੀ ਸਰਕਾਰ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ, ਓਵਰਆਲ ਸਾਰੀਆਂ ਸਰਕਾਰਾਂ ਦੀ ਗੱਲ ਹੈ, ਚੰਗੇ ਬੰਦੇ ਹੋਣਗੇ ਤਾਂ ਚੰਗਿਆਂ ਬੰਦਿਆਂ ਦੀ ਸਿਫਤ ਵੀ ਹੋਏਗੀ। ਜੇ ਸਰਕਾਰਾਂ ਏਦਾਂ ਹੀ ਦੱਬਦੀਆਂ ਰਹੀਆਂ, ਕੁਚਲਦੀਆਂ ਰਹੀਆਂ, ਮਸਲਦੀਆਂ ਰਹੀਆਂ ਤਾਂ ਲੋਕ ਆਵਾਜ਼ ਉੱਠਣੀ ਹੈ ਜਿਹੜੀ ਅੱਜ ਉੱਠੀ ਹੈ। ਕਿਸਾਨੀ ਅੰਦੋਲਨ ਜਿਹੜੀ ਆਵਾਜ਼ ਚੱਕ ਕੇ ਉੱਥੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਇਹ ਇਸੇ ਤਰ੍ਹਾਂ ਚੱਲਦਾ ਰਹਿਣਾ। ਸੰਘਰਸ਼ ਕਰਦੇ ਰਹਿਣਗੇ। ਸਿਆਸਤ ਦੇ ਲੋਕ ਜਿਹੜੇ ਸਿਆਸਤ ਕਰਦੇ ਨੇ
ਉਹ ਆਪਣੀ ਸਿਆਸਤ ਨੂੰ ਇਸੇ ਤਰ੍ਹਾਂ ਮੁਗਾਉਂਦੇ ਰਹਿਣਗੇ ਤੇ ਲੋਕ ਉਹਨਾਂ ਦਾ ਟਾਕਰਾ ਕਰਦੇ ਰਹਿਣਗੇ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਮੈਨੂੰ ਇਜਾਜ਼ਤ ਦਿਓ। ਲੋਕ ਰਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।